ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ। ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਪੰਗੂ ਸਾਹਿਬ। ਡਾਕਟਰ ਸਾਹਿਬ, ਹਕੂਮਤਾਂ ਦੇ ਸਿਆਸਤਾਂ ਦੇ ਕੰਮ ਕਰਨ ਦੇ ਆਪਣੇ ਤਰੀਕੇ ਹੁੰਦੇ ਨੇ। ਆਪਣੇ ਤੌਰ ਤਰੀਕਿਆਂ ਦੇ ਨਾਲ ਸਿਆਸਤਾਂ ਅੱਗੇ ਵਧਦੀਆਂ ਨੇ। ਅਲੱਗ-ਅਲੱਗ ਸਮਿਆਂ ਦੇ ਵਿੱਚ ਜਦੋਂ ਇਲੈਕਸ਼ਨਾਂ ਹੋਈਆਂ ਨੇ, ਅਲੱਗ-ਅਲੱਗ ਵੱਡੇ-ਵੱਡੇ ਵਾਅਦੇ ਕੀਤੇ ਗਏ ਨੇ, ਪਰ ਇੱਕ ਜੋ ਅਹਿਮ ਕੜੀ ਪੰਜਾਬ ਦੀ ਰਹੀ ਹੈ, ਉਹ ਅਹਿਮ ਕੜੀ ਕਿਸਾਨੀ ਹੈ। ਉਹ ਕਿਸਾਨੀ ਜਿਹਦੇ ਪੰਜਾਬ ਵੀ ਸਰਵਾਈਵ ਕਰਦਾ, ਭਾਰਤ ਦੇਸ਼ ਵੀ ਸਰਵਾਈਵ ਕਰਦਾ, ਅੱਗੇ ਵਧਦਾ ਨਿਰੰਤਰ। ਆਪਾਂ ਦੇਖ ਸਕਦੇ ਹਾਂ ਕਿ ਕਿਸਾਨਾਂ ਦਾ ਬੜਾ ਵੱਡਾ ਇੱਕ ਯੋਗਦਾਨ ਹੈ ਭਾਰਤ ਦੀ, ਪੰਜਾਬ ਦੀ ਤਰੱਕੀ ਦੇ ਵਿੱਚ। ਪਰ ਉਹੀ ਕਿਸਾਨ ਅੱਜ ਸੜਕਾਂ 'ਤੇ ਰੁਲਣ ਦੇ ਲਈ ਮਜਬੂਰ ਹੈ। ਕਿਸਾਨ ਆਪਣੇ ਪੇਟ ਲਈ, ਆਪਣੇ ਘਰ ਦੇ ਚੁੱਲ੍ਹਿਆਂ ਦੇ ਲਈ 1 ਸਾਲ ਤੋਂ ਦਿੱਲੀ ਦੇ ਬਾਰਡਰਾਂ 'ਤੇ ਬੈਠਾ, ਇੱਕ ਕਹਿ ਸਕਦੇ ਹਾਂ ਕਿ ਆਪਾਂ ਇੱਕ ਨਵੀਂ ਆਜ਼ਾਦੀ ਦੀ ਜੰਗ ਲੜ ਰਿਹਾ। ਉਹ ਆਜ਼ਾਦੀ ਦੀ ਗੱਲ ਜਿਹੜੀ ਹੁਣ ਆਉਣ ਵਾਲੇ ਸਾਲਾਂ ਦੇ ਵਿੱਚ 3 ਖੇਤੀ ਕਾਨੂੰਨਾਂ ਰਾਹੀਂ ਇਸ ਖੇਤੀ ਨੂੰ ਆਪਣੀ ਸੰਗਲ ਨਾਲ ਬੰਨ੍ਹ ਲਊਗੀ। ਉਹ 3 ਕਾਨੂੰਨ ਜੋ ਕਾਰਪੋਰੇਟ ਘਰਾਣੇ ਦੇ ਹੱਥਾਂ ਦੇ ਵਿੱਚ ਭੁਗਤਦੇ ਨੇ। ਤੇ ਡਾਕਟਰ ਸਾਹਿਬ, ਇੱਕ ਲੜਾਈ ਪੰਜਾਬ ਦਾ ਕਿਸਾਨ ਪੰਜਾਬ ਦੇ ਵਿੱਚ ਲੜ ਰਿਹਾ। ਪਿਛਲੇ ਦਿਨੀ ਗੁਲਾਬੀ ਸੁੰਡੀ ਨੇ ਨਰਮੇ ਤੇ ਹਮਲਾ ਕੀਤਾ। ਉਸ ਨਰਮੇ ਨੇ ਹਮਲੇ ਦੇ ਕਿਸਾਨ ਝਿਝੋੜ ਕੇ ਰੱਖ ਦਿੱਤੇ। ਕਿਸਾਨ ਆਪਣੇ ਘਰ ਦਾ ਸਮਾਨ, ਖੇਤੀ ਦੇ ਸੰਦ, ਟਰੈਕਟਰ ਤੇ ਮੱਝਾਂ, ਆਪਣਾ ਘਰ ਦਾ ਸੋਨਾ ਵੇਚਣ ਲਈ ਉਹ ਅੱਜ ਬਾਜ਼ਾਰਾਂ 'ਚ ਧੱਕੇ ਖਾ ਰਹੇ ਨੇ। ਲਗਾਤਾਰ ਮੰਡੀਆਂ ਦੇ ਵਿੱਚ ਨਵੇਂ ਟਰੈਕਟਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜੋ ਡੀਲਰ ਨੇ ਸੌਦਾ ਕਰਵਾਉਂਦੇ ਨੇ, ਕਹਿੰਦੇ ਨੇ ਸਾਡੇ ਕੋਲ ਰੋਜ਼ ਆਪਣੇ ਟਰੈਕਟਰ ਵੇਚਣ ਲਈ ਕਿਸਾਨ ਪਹੁੰਚ ਰਹੇ ਨੇ। ਤੇ ਇਸੇ ਦੌਰਾਨ ਕਿਸਾਨੀ ਅੰਦੋਲਨ ਵੀ ਜਾਰੀ ਹੈ। ਇਸ ਅੰਦੋਲਨ ਦੌਰਾਨ ਜਦੋਂ ਹਰਿਆਣਾ ਦੀ ਏਲਨਾਬਾਦ ਦੀ ਚੋਣ ਆਉਂਦੀ ਹੈ, ਉਸ ਚੋਣ ਦੇ ਲਈ ਬੀਜੇਪੀ ਜੋ ਕੈਂਡੀਡੇਟ ਨੇ ਉਹ ਆਪਣਾ ਰਾਹ ਪੱਧਰਾ ਕਰਨਾ ਚਾਹੁੰਦੇ ਇਸ ਅੰਦੋਲਨ ਦੇ ਵਿੱਚ। ਪਰ ਉਸੇ ਏਲਨਾਬਾਦ ਦੇ ਵਿੱਚ ਕਿਸਾਨ ਮਹਾਪੰਚਾਇਤ ਆਪਣੇ ਇਕੱਠ ਕਰਦਾ ਕਿਸਾਨ ਮੋਰਚਾ ਤੇ ਸ਼ਿਕਾਇਤ ਉਸ ਸਟੇਜ ਤੋਂ ਬੀਜੇਪੀ ਸਰਕਾਰ ਨੂੰ ਲਲਕਾਰ ਕੇ ਕਹਿੰਦੇ ਨੇ ਕਿ ਤੁਹਾਡੇ ਕੋਲ 2 ਮਹੀਨੇ ਦਾ ਸਮਾਂ, 2 ਮਹੀਨੇ ਜੇਕਰ ਤੁਸੀਂ ਖੇਤੀ ਕਾਨੂੰਨਾਂ ਦਾ ਹੱਲ 2 ਮਹੀਨੇ ਦੇ ਵਿੱਚ ਨਹੀਂ ਕੱਢਦੇ ਤਾਂ ਫਿਰ ਆਉਣ ਵਾਲਾ ਸਮਾਂ ਜੋ ਹੋਊਗਾ ਸਿਆਸੀ ਤੌਰ ਤੇ ਬੀਜੇਪੀ ਲਈ ਘਾਤਕ ਹੋਊਗਾ। ਪੱਕੇ ਟੈਂਟ ਲਾਏ ਜਾਣਗੇ, ਪੱਕੇ ਮੋਰਚੇ ਲਾਏ ਜਾਣਗੇ ਯੂਪੀ ਦੇ ਵਿੱਚ ਤੇ ਦਿੱਲੀ ਦੇ ਜਾਂ ਜੰਤਰ ਮੰਤਰ ਦੇ ਵਿੱਚ ਵੀ ਜਾ ਕੇ ਕਿਸਾਨ ਉੱਥੇ ਪ੍ਰਦਰਸ਼ਨ ਕਰਦੀਆਂ ਗੱਲਾਂ ਕਰਦੇ ਨੇ। 2 ਮਹੀਨੇ ਦਾ ਅਲਟੀਮੇਟਮ ਦਿੱਤਾ ਕੇਂਦਰ ਦੀ ਬੀਜੇਪੀ ਹਕੂਮਤ ਨੂੰ। ਸ਼ਿਕਾਇਤ ਨੇ ਡਾਕਟਰ ਸਾਹਿਬ ਜੀ। ਹਾਂ, ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ। ਜਿੱਥੋਂ ਤੱਕ ਕਿਸਾਨੀ ਦੀ ਗੱਲ ਹੈ, ਖਾਸ ਤੌਰ 'ਤੇ ਜਦੋਂ ਅਸੀਂ ਪੰਜਾਬ ਦੀ ਕਿਸਾਨੀ ਨੂੰ ਦੇਖਦੇ ਹਾਂ, ਯੂਪੀ ਦੀ ਕਿਸਾਨੀ ਨੂੰ ਦੇਖਦੇ ਹਾਂ, ਹਰਿਆਣੇ ਦੀ ਕਿਸਾਨੀ ਨੂੰ ਦੇਖਦੇ ਹਾਂ, ਜਾਂ ਇੱਥੋਂ ਤੱਕ ਕਿ ਪੂਰੇ ਭਾਰਤ ਦੀ ਕਿਸਾਨੀ ਨੂੰ ਦੇਖਦੇ ਹਾਂ, ਤਾਂ ਅੱਜ ਤੱਕ ਜਿੰਨੀਆਂ ਵੀ ਇਤਿਹਾਸ ਦੇ ਵਿੱਚ ਲੜਾਈਆਂ ਲੜੀਆਂ ਗਈਆਂ ਨੇ, ਜਦੋਂ ਆਪਾਂ ਗੁਰੂ ਨਾਨਕ ਸਾਹਿਬ ਤੋਂ ਗੱਲ ਕਰਦੇ ਹਾਂ ਔਰ ਬੰਦਾ ਬਹਾਦਰ ਦੀ ਗੱਲ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਹਾਂ, ਔਰ ਇਸ ਤੋਂ ਬਾਅਦ ਅਸੀਂ ਪਗੜੀ ਸੰਭਾਲ ਜੱਟਾ ਲਹਿਰ ਦੀ ਗੱਲ ਕਰਦੇ ਹਾਂ, ਗਦਰ ਲਹਿਰ ਦੀ ਗੱਲ ਕਰਦੇ ਹਾਂ, ਤਾਂ ਇਹਨਾਂ ਲਹਿਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸਾਨੀ ਦਾ ਬਹੁਤ ਵੱਡਾ ਰੋਲ ਰਿਹਾ ਹੈ। ਔਰ ਹਮੇਸ਼ਾ ਕਿਸਾਨੀ ਨੇ ਲੜਾਈਆਂ ਲੜੀਆਂ ਨੇ ਔਰ ਜਿੱਤੀਆਂ ਨੇ। ਤੁਸੀਂ ਦੇਖੋਗੇ ਕਿ ਜਿਹੜੀ ਆਜ਼ਾਦੀ ਦੀ ਲੜਾਈ ਲੜੀ ਗਈ 1947 ਦੇ ਵਿੱਚ ਮੁਲਕ ਆਜ਼ਾਦ ਹੋਇਆ, ਤਾਂ ਉਸ ਲੜਾਈ ਦੇ ਵਿੱਚ ਵੀ ਕਿਸਾਨਾਂ ਦਾ ਬਹੁਤ ਵੱਡਾ ਰੋਲ ਰਿਹਾ। ਔਰ ਉਹ ਕਿਸਾਨਾਂ ਨੇ ਅਖੀਰ ਨੂੰ ਜਿਹੜੀਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਸੀਗੀਆਂ, ਆਪਾਂ ਸਾਰੇ ਜਾਣਦੇ ਹਾਂ। ਉਸ ਇਤਿਹਾਸ 'ਚ ਮੈਂ ਨਹੀਂ ਜਾਣਾ ਚਾਹੁੰਦਾ, ਪਰ ਜਿਹੜੀਆਂ ਇਸ ਅੰਦੋਲਨ ਦੇ ਬਾਰੇ, ਜਿਹੜਾ ਹੁਣ ਦਾ ਕਿਸਾਨੀ ਅੰਦੋਲਨ ਹੈ, ਇਸ ਅੰਦੋਲਨ ਨੇ ਪਿਛਲੀਆਂ ਸਾਰੀਆਂ ਹੱਦਾਂ ਬੰਨੇ ਤੋੜ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਔਰ ਇਹ ਅੰਦੋਲਨ ਕਿਸੇ ਵੇਲੇ ਇਹ ਕਿਹਾ ਗਿਆ ਸੀਗਾ ਕਿ ਸ਼ਾਇਦ ਇਹ ਨਕਸਲਾਈਟਾਂ ਦਾ ਅੰਦੋਲਨ ਹੈ, ਫਿਰ ਕਿਹਾ ਗਿਆ ਕਿ ਖਾਲਿਸਤਾਨੀਆਂ ਦਾ ਅੰਦੋਲਨ ਹੈ, ਫਿਰ ਇਹ ਕਿਹਾ ਗਿਆ ਕਿ ਪੰਜਾਬੀਆਂ ਦਾ ਅੰਦੋਲਨ ਹੈ, ਫਿਰ ਇਹਨੂੰ ਪੰਜਾਬ ਤੇ ਹਰਿਆਣੇ ਦੇ ਨਾਲ ਜੋੜਿਆ ਗਿਆ, ਫਿਰ ਪੰਜਾਬ ਤੇ ਹਰਿਆਣਾ ਦੇ ਨਾਲ ਯੂਪੀ ਨੂੰ ਜੋੜਿਆ ਗਿਆ। ਸੋ ਕਹਿਣ ਦਾ ਮਤਲਬ ਹੈ ਕਿ ਹੌਲੀ ਹੌਲੀ ਇਸ ਨੂੰ ਉੱਤਰਾਖੰਡ, ਰਾਜਸਥਾਨ, ਆਪਾਂ ਕਹਿ ਸਕਦੇ ਹਾਂ ਕਿ ਅੱਜ ਇਹ ਹਾਲਾਤ ਪੈਦਾ ਹੋ ਚੁੱਕੇ ਨੇ ਕਿ ਪੂਰੀ ਦੁਨੀਆ ਦੇ ਵਿੱਚ ਇਸ ਅੰਦੋਲਨ ਦੇ ਚਰਚੇ ਨੇ। ਔਰ ਵੱਡੇ ਤੋਂ ਲੈ ਕੇ ਛੋਟੇ ਮੁਲਕ ਤੱਕ ਹਰ ਮੁਲਕ ਦੇ ਵਿੱਚ ਇਸ ਅੰਦੋਲਨ ਦੀ ਜਿਹੜੀ ਹੈਗੀ ਆ ਲੜਨ ਦੀ ਜੋ ਕਿਸਾਨਾਂ ਨੂੰ ਵਧਾਈਆਂ ਮਿਲ ਰਹੀਆਂ ਨੇ, ਉਹ ਪੂਰੀ ਦੁਨੀਆ ਦੇ ਲੋਕ ਜਿਹੜੇ ਨੇ ਔਰ ਖ਼ਾਸ ਤੌਰ 'ਤੇ ਕਿਸਾਨ ਪੂਰੀ ਦੁਨੀਆ ਦੇ ਇਸ ਅੰਦੋਲਨ ਵੱਲ ਉਹ ਝਾਕ ਰਹੇ ਨੇ ਔਰ ਦੇਖ ਰਹੇ ਨੇ ਔਰ ਉਮੀਦ ਜ਼ਾਹਰ ਕਰ ਰਹੇ ਨੇ ਕਿ ਇਸ ਅੰਦੋਲਨ ਨੇ ਇੱਕ ਨਵੀਆਂ ਪੈੜਾਂ ਪਾ ਕੇ ਲੋਕਾਂ ਨੂੰ ਸੰਘਰਸ਼ ਕਰਨ ਦੀ ਇੱਕ ਜਿਹੜੀ ਹੈਗੀ ਹੈ ਇੱਕ ਪ੍ਰੇਰਨਾ ਦਿੱਤੀ ਹੈ। ਔਰ ਉਸ ਤੋਂ ਪ੍ਰੇਰਨਾ ਲੈਂਦੇ ਹੋਏ ਆਪਾਂ ਕਹਿ ਸਕਦੇ ਹਾਂ ਕਿ ਅੱਜ ਇਹ ਅੰਦੋਲਨ ਆਪਣੀ ਸਿਖਰ ਤੇ ਪਹੁੰਚ ਚੁੱਕਿਆ ਹੈ। ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਇੱਕ ਪਾਸੇ
ਪੰਜਾਬ ਦੇ ਲੋਕ ਸਰਹੱਦਾਂ ਦੇ ਉੱਤੇ ਬੈਠ ਕੇ, ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬੈਠ ਕੇ ਲੜ ਰਹੇ ਨੇ, ਮਰ ਰਹੇ ਨੇ। ਲਗਭਗ 700 ਕਿਸਾਨ ਸਾਡਾ ਸ਼ਹੀਦ ਹੋ ਚੁੱਕਿਆ ਹੈ। ਦੂਜੇ ਪਾਸੇ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਨੇ? ਸਾਡੀਆਂ ਸਰਕਾਰਾਂ, ਜਿਵੇਂ ਤੁਸੀਂ ਕਿਹਾ ਹੈ ਕਿ ਜਦੋਂ ਅਸੀਂ ਮਾਲਵੇ ਦੀ ਗੱਲ ਕਰਦੇ ਹਾਂ, ਮਾਲਵੇ ਦੇ ਜਿਵੇਂ ਆਪਾਂ ਨੂੰ ਵੀ ਪਤਾ ਹੈ ਕਿ ਪਿਛਲੇ ਦਿਨੀ ਚੰਨੀ ਸਾਹਿਬ ਬਕਾਇਦਾ ਤੌਰ ਤੇ ਮਾਲਵੇ ਦੇ ਕਿਸਾਨਾਂ ਨੂੰ ਮਿਲਣ ਲਈ ਗਏ ਸੀਗੇ ਔਰ ਉੱਥੇ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਮਾਲਵੇ ਦੇ ਵਿੱਚ ਜਿਹੜੀ ਵੀ ਚਾਹੇ ਉਹ ਨਰਮਾ ਪੱਟੀ ਹੈ, ਚਾਹੇ ਉਹ ਕਪਾਹ ਦੀ ਪੱਟੀ ਹੈ, ਔਰ ਉੱਥੇ ਜਿਵੇਂ ਤੁਸੀਂ ਦੱਸਿਆ ਹੈ ਕਿ ਗੁਲਾਬੀ ਸੁੰਡੀ ਨੇ ਤਬਾਹ ਕੀਤਾ ਹੈ ਪੂਰੇ ਦੇ ਪੂਰੇ ਮਾਲਵੇ ਨੂੰ। ਜਿੱਥੇ ਜਿੱਥੇ ਵੀ ਲੋਕਾਂ ਨੇ, ਕਿਸਾਨਾਂ ਨੇ ਖਾਸ ਤੌਰ ਤੇ ਕਪਾਹ ਔਰ ਨਰਮਾ ਬੀਜਿਆ ਔਰ ਪੂਰੀ ਦੀ ਪੂਰੀ ਫਸਲ ਜਿਹੜੀ ਹੈਗੀ ਆ ਉਹ ਤਬਾਹ ਹੋਈ। ਸੋ ਨਤੀਜਾ ਕੀ ਨਿਕਲਿਆ? ਨਤੀਜਾ ਇਹੀ ਹੈ ਕਿ ਅੱਜ ਕਿਸਾਨ ਜਿਹੜਾ ਹੈਗਾ ਮਾਲਵੇ ਦਾ, ਜਿੱਥੇ ਉਹ ਖੁਦਕੁਸ਼ੀਆਂ ਕਰਨ ਦੇ ਲਈ ਮਜਬੂਰ ਹੋਇਆ, ਉੱਥੇ ਨਾਲ ਦੀ ਨਾਲ ਉਹਨੇ ਆਪਣੇ ਜਿਹੜੇ ਨੇ ਸੰਦ ਨੇ, ਜਿਹਨੂੰ ਉਹ ਟਰੈਕਟਰ ਨੂੰ, ਟਰਾਲੀ ਨੂੰ ਉਹ ਪੁੱਤਾਂ ਵਾਂਗ ਪਾਲਦਾ ਹੈ, ਪੁੱਤਾਂ ਵਾਂਗ ਰੱਖਦਾ ਹੈ। ਔਰ ਆਪਾਂ ਨੂੰ ਪਤਾ ਹੈ ਕਿ ਇਹ ਟਰੈਕਟਰ ਵੇਚਣਾ ਮੰਡੀ ਦੇ ਵਿੱਚ ਕਿੰਨਾ ਦੁਖਦਾਈ ਹੁੰਦਾ ਕਿਸਾਨ ਦੇ ਲਈ। ਅੱਜ ਉਹ ਟਰੈਕਟਰ ਵੇਚਣ ਲਈ ਮਜਬੂਰ ਹੈ, ਅੱਜ ਉਹ ਘਰ ਦੇ ਭਾਂਡੇ ਵੇਚਣ ਲਈ ਮਜਬੂਰ ਹੈ, ਘਰ ਦਾ ਸੋਨਾ ਵੇਚਣ ਲਈ ਮਜਬੂਰ ਹੈ। ਔਰ ਘਰ ਦੀਆਂ ਜਿੱਥੋਂ ਆਪਾਂ ਕਹਿੰਦੇ ਹਾਂ ਕਿ ਦੁੱਧ ਪੀਂਦਾ ਹੈ ਕਿਸਾਨ, ਉਹ ਲਵੇਰੀਆਂ, ਉਹ ਮੱਝਾਂ, ਉਹ ਗਾਵਾਂ ਵੇਚਣ ਲਈ ਮਜਬੂਰ ਹੈ। ਸੋ ਕਹਿਣ ਦਾ ਮਤਲਬ ਹੈ ਕਿ ਅੱਜ ਪੰਜਾਬ ਦੇ ਕਿਸਾਨ ਦਾ, ਮਾਲਵੇ ਦੇ ਕਿਸਾਨ ਦਾ ਇੱਕ ਇੱਕ ਰੋਮ ਜਿਹੜਾ ਹੈਗਾ ਕਰਜ਼ਈ ਹੋ ਚੁੱਕਿਆ ਹੈ। ਪਰ ਸਾਡੀਆਂ ਸਰਕਾਰਾਂ ਨੂੰ ਕੋਈ ਉਹਦੇ ਉੱਤੇ ਤਰਸ ਨਹੀਂ ਆ ਰਿਹਾ, ਕੋਈ ਉਹਦਾ ਫਾਇਦਾ ਨਹੀਂ ਹੋ ਰਿਹਾ। ਬੇਸ਼ੱਕ ਚੰਨੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਗਰਦੌਰੀ ਕਰਾਵਾਂਗਾ ਔਰ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਵੀ ਮਿਲਣਾ ਚਾਹੀਦਾ ਉਹ ਮੈਂ ਦਿਵਾਵਾਂਗਾ, ਪਰ ਅੱਜ ਤੱਕ ਨਾ ਤਾਂ ਗਰਦੌਰੀ ਪ੍ਰੋਪਰ ਵਧੀਆ ਤਰੀਕੇ ਨਾਲ ਹੋਈ ਹੈ, ਨਾ ਹੀ ਉਸ ਗਰਦੌਰੀ ਦੇ ਉੱਤੇ, ਗਦਾਵਰੀ ਦੇ ਉੱਤੇ ਕੋਈ ਵੀ ਜਿਹੜਾ ਫੈਸਲਾ ਲੈਣਾ ਬਣਦਾ ਹੈ ਕਿ ਕਿੰਨਾ ਉਹਨਾਂ ਨੂੰ ਮੁਆਵਜ਼ਾ ਮਿਲੇਗਾ ਕਿਸਾਨਾਂ ਨੂੰ। ਉਹ ਮੁਆਵਜ਼ਾ ਅਜੇ ਤੱਕ ਕਿਸਾਨ, ਜਿਹੜੀਆਂ ਸਰਕਾਰਾਂ ਨੇ ਸਾਡੀਆਂ, ਕਿਸਾਨਾਂ ਨੂੰ ਜੋ ਵੀ ਮਿਲਣਾ ਹੈ ਉਹ ਅਜੇ ਤੱਕ ਤੈਅ ਨਹੀਂ ਹੋਇਆ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਮੁਆਵਜ਼ਾ ਨਹੀਂ ਮਿਲਦਾ ਤਾਂ ਲਾਜ਼ਮੀ ਤੌਰ ਤੇ ਕਿਸਾਨ ਜਿਹੜਾ ਹੈਗਾ ਹੋਰ ਕਰਜ਼ਈ ਹੋਏਗਾ, ਹੋਰ ਸੰਕਟ 'ਚ ਆਏਗਾ। ਇਸ ਵੇਲੇ ਲਗਭਗ 1 ਲੱਖ ਕਰੋੜ ਰੁਪਏ ਦਾ ਕਿਸਾਨ ਦੇ ਉੱਤੇ ਪਹਿਲਾਂ ਹੀ ਕਰਜ਼ਾ ਹੈ, ਹੋਰ ਵੀ ਇਹ ਕਿਸਾਨ ਦੇ ਉੱਤੇ ਕਰਜ਼ਾ ਲਗਾਤਾਰ ਵੱਧ ਰਿਹਾ ਹੈ, ਜਿਹਦਾ ਨਤੀਜਾ ਹੈ ਆਪਾਂ ਵੇਖ ਰਹੇ ਹਾਂ ਕਿ ਪੰਜਾਬ ਦਾ ਕਿਸਾਨ, ਖਾਸ ਤੌਰ ਤੇ ਮਾਲਵੇ ਦਾ ਕਿਸਾਨ ਬਹੁਤ ਵੱਡਾ ਕਰਜ਼ਈ ਹੋ ਕੇ ਅੱਜ ਉਹ ਮਜਬੂਰ ਹੈ ਸੜਕਾਂ ਤੇ ਆਉਣ ਦੇ ਲਈ, ਚਾਹੇ ਉਹ ਬਠਿੰਡਾ ਹੋਵੇ, ਚਾਹੇ ਮਾਨਸਾ ਹੋਵੇ, ਚਾਹੇ ਸੰਗਰੂਰ ਹੋਵੇ। ਜਿੰਨੇ ਵੀ ਮਾਲਵੇ ਦੇ ਡਿਸਟ੍ਰਿਕਟ ਨੇ, ਉਹਨਾਂ ਡਿਸਟ੍ਰਿਕਾਂ ਦੇ ਵਿੱਚ, ਉਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਅਧੀਨ, ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਸਾਡਾ ਕਿਸਾਨ ਜਿਹੜਾ ਹੈਗਾ ਸੰਘਰਸ਼ ਕਰਨ ਲਈ ਮਜਬੂਰ ਹੋਇਆ। ਸੋ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਇਸ ਸੰਘਰਸ਼ ਨੂੰ ਜ਼ਰੂਰ ਬੂਰ ਪਏਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਕਿਸਾਨ ਨੂੰ ਮੁਆਵਜ਼ਾ ਦੇਣਗੀਆਂ, ਉਹਦਾ ਜੋ ਬਣਦਾ ਹੱਕ ਹੈ। ਕਿ ਆਪਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਵੇਖਿਆ ਹੈ ਕਿ ਮਾੜੇ ਮੌਸਮ ਦੇ ਕਰਕੇ, ਗੜੇਮਾਰੀ ਦੇ ਕਰਕੇ ਸਾਡੇ ਜਿਹੜੇ ਝੋਨੇ ਦਾ ਵੀ ਏਰੀਆ ਹੈ, ਉਹ ਝੋਨੇ ਦੀ ਵੀ ਫਸਲ ਤਬਾਹ ਹੋਈ ਹੈ। ਸੋ ਚਾਹੇ ਉਹ ਝੋਨੇ ਦਾ ਏਰੀਆ ਹੋਵੇ, ਚਾਹੇ ਕਪਾਹ ਔਰ ਨਰਮੇ ਦਾ ਏਰੀਆ ਹੋਵੇ, ਦੋਨਾਂ ਏਰੀਆ ਦੇ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਜੇਕਰ ਨਹੀਂ ਮਿਲੇਗਾ ਤਾਂ ਲਾਜ਼ਮੀ ਤੌਰ ਤੇ ਕਿਸਾਨ ਜਿਹੜੇ ਨੇ ਜਥੇਬੰਦਕ ਹੋ ਕੇ ਸਰਕਾਰਾਂ ਦੇ ਖਿਲਾਫ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਪੰਗੂ ਸਾਹਿਬ, ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਸੰਘਰਸ਼ ਦੀ, ਕਿ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਬਿਲਕੁਲ, ਜਦੋਂ ਰਿਕਵੈਸਟ ਟਿਕੈਤ ਇਲਾਹਾਬਾਦ ਦੀ ਉਸ ਸਟੇਜ ਤੋਂ ਬੀਜੇਪੀ ਸਰਕਾਰ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ ਕਿ ਤੁਹਾਡੇ ਕੋਲ ਸਿਰਫ 2 ਤੋਂ ਲੈ ਕੇ 1 ਮਹੀਨੇ ਤੱਕ ਦਾ ਸਮਾਂ ਤੇ 1 ਮਹੀਨੇ ਤੋਂ ਲੈ ਕੇ 2 ਮਹੀਨੇ ਤੱਕ ਦਾ ਤੁਹਾਡੇ ਕੋਲ ਸਮਾਂ, ਜੇਕਰ ਤੁਸੀਂ ਇਹਨਾਂ 2 ਮਹੀਨਿਆਂ ਦੇ ਵਿੱਚ ਕੋਈ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਨਹੀਂ ਕਰਦੇ, ਯਾਨੀ ਕਿ ਕੋਈ ਹੱਲ ਨਹੀਂ ਕਰਦੇ, ਤਾਂ ਇਹ ਸੰਘਰਸ਼ ਉਸ ਸਿਖਰ ਤੱਕ ਪਹੁੰਚੂਗਾ ਜਿੱਥੇ ਤੱਕ ਬੀਜੇਪੀ ਸਰਕਾਰ ਕਿਆਸ ਰਾਈਆਂ ਵੀ ਨਹੀਂ ਲਾ ਸਕਦੀ। ਅਸੀਂ ਉੱਥੇ ਵੀ ਟੈਂਟ ਗੱਡਾਂਗੇ, ਉੱਥੇ ਵੀ ਕਿਸਾਨ ਬੈਠਣਗੇ ਜਿੱਥੇ ਬੀਜੇਪੀ ਸਰਕਾਰ ਸੋਚ ਵੀ ਨਹੀਂ ਸਕਦੀ, ਕਿਉਂਕਿ ਯੂਪੀ ਦੇ ਵਿੱਚ ਹੁਣ ਚੋਣਾਂ ਨੇ। ਪਰ ਜਦੋਂ ਰਿਕਵੈਸਟ ਟਿਕੈਤ ਇਸ ਮੰਚ ਤੋਂ ਖੜ ਕੇ ਮੈਕ ਹੱਥ ਦੇ ਵਿੱਚ ਫੜ ਕੇ ਬੀਜੇਪੀ ਸਰਕਾਰ ਨੂੰ ਇਹ ਗੱਲ ਕਹਿ ਰਹੇ ਸੀ, ਚੇਤਾਵਨੀ ਸਖਤ ਦੇ ਰਹੇ ਸੀ, ਤਾਂ ਉਹਨਾਂ ਦੇ ਚਿਹਰੇ ਦਾ ਜਲਾਉ ਸੀ ਜੋ ਉਹ ਇੱਕ ਵੱਖਰਾ ਸੀ। ਸਪੀਚਾਂ ਉਹਨਾਂ ਦੀ ਹੋਰ ਵੀ ਸੀ ਚੱਲਦੀਆਂ ਨੇ, ਪਰ ਜੋ ਇਹ ਸਪੀਚ ਸੀ, ਇਹ ਸਪੀਚ ਕਿਤੇ ਅਰਥ ਵੱਖਰੇ ਨੇ, ਸੰਦਰਭ ਇਸ ਸਪੀਚ ਦੇ ਡਾਕਟਰ ਸਾਹਿਬ ਵੱਖਰੇ ਨੇ। ਤੁਸੀਂ ਵੀ ਜ਼ਰੂਰ ਉਹ ਸਪੀਚ ਸੁਣੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਵਾਰ ਇਹ ਅਲੱਗ ਰੂਪ ਜੋ ਦਿਖਾ ਰਹੇ ਨੇ ਕਿਸਾਨ ਆਗੂ, ਇਸ ਨਾਲ ਬੀਜੇਪੀ ਸਰਕਾਰ ਕਿੱਥੋਂ ਤੱਕ ਕਹਿ ਸਕਦੇ ਹਾਂ ਆਪਾਂ ਸੋਚ ਗੰਭੀਰ ਕਰ ਸਕਦੀ ਹੈ ਅੰਦੋਲਨ ਦੇ 3 ਖੇਤੀ ਕਾਨੂੰਨਾਂ ਪ੍ਰਤੀ? ਪੰਗੂ ਸਾਹਿਬ, ਦੇਖੋ ਕਿ ਜਿੱਥੋਂ ਤੱਕ ਯੂਪੀ ਦਾ ਸਬੰਧ ਹੈ ਔਰ ਰਾਕੇਸ਼ ਟਕੈਤ ਹੋਰਾਂ ਦਾ ਸਬੰਧ ਹੈ, ਰਾਕੇਸ਼ ਟਕੈਤ ਪਿਛਲੇ ਦਿਨਾਂ ਦੇ ਵਿੱਚ ਵੀ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਨੇ ਕਿ ਜੇਕਰ ਯੂਪੀ ਦੀਆਂ ਜਦੋਂ ਚੋਣਾਂ ਹੋਣਗੀਆਂ
ਉਹਨਾਂ ਚੋਣਾਂ ਦੇ ਵਿੱਚ ਜੇਕਰ ਇਹ ਜਿਹੜੀ ਗਵਰਨਮੈਂਟ ਹੈ, ਖਾਸ ਤੌਰ ਤੇ ਬੀਜੇਪੀ ਦੀ ਸੈਂਟਰ ਸਰਕਾਰ ਹੈ, ਜੇਕਰ ਇਹ ਤਿੰਨੋਂ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਔਰ ਇੱਕ ਨਵਾਂ ਕਾਨੂੰਨ MSP ਵਾਲਾ ਨਹੀਂ ਬਣਾਉਂਦੀ ਤਾਂ ਲਾਜ਼ਮੀ ਤੌਰ ਤੇ ਯੂਪੀ ਦੇ ਵਿੱਚ ਜਿਹੜਾ ਹੈਗਾ ਬੀਜੇਪੀ ਦਾ ਬਹੁਤ ਮਾੜਾ ਹਾਲ ਹੋਣ ਵਾਲਾ ਹੈ। ਔਰ ਇਹ ਸਾਰੇ ਲੋਕ ਜਾਣਦੇ ਨੇ, ਬੀਜੇਪੀ ਵੀ ਇਸ ਗੱਲ ਨੂੰ ਜਾਣਦੀ ਹੈ ਕਿ ਜੇਕਰ ਅਸੀਂ 24 ਦੇ ਵਿੱਚ ਦੁਬਾਰਾ ਸੱਤਾ ਦੇ ਵਿੱਚ ਆਉਣਾ ਹੈ, ਜੇਕਰ ਅਸੀਂ ਆਪਣੀ ਹੋਂਦ ਨੂੰ ਬਚਾਉਣਾ ਹੈ ਤਾਂ ਲਾਜ਼ਮੀ ਤੌਰ ਤੇ ਯੂਪੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਸੋ ਯੂਪੀ ਨੂੰ ਹਰ ਹਾਲਤ ਦੇ ਵਿੱਚ ਬੀਜੇਪੀ ਬਚਾਉਣ ਦੀ ਕੋਸ਼ਿਸ਼ ਕਰੇਗੀ ਔਰ ਉਮੀਦ ਕਰਦੇ ਹਾਂ ਕਿ 2 ਮਹੀਨੇ ਦਾ ਸਮਾਂ ਜਿਹੜਾ ਹੈਗਾ ਇਸ ਵੇਲੇ ਰਾਕੇਸ਼ ਟਕੈਤ ਜੀ ਉਹਨਾਂ ਨੂੰ ਚੇਤਾਵਨੀ ਜਿਹੜੀ ਦੇ ਰਹੇ ਨੇ ਕਿ ਜੇਕਰ ਤੁਸੀਂ 2 ਮਹੀਨਿਆਂ ਦੇ ਵਿੱਚ ਇਹ 3 ਕਾਲੇ ਕਾਨੂੰਨ ਵਾਪਸ ਨਹੀਂ ਕੀਤੇ ਤਾਂ ਲਾਜ਼ਮੀ ਤੌਰ ਤੇ ਜੇਕਰ ਇਹ ਕਿਸਾਨ ਜਿਹੜੇ ਨੇ ਬਾਕੀ ਸੱਥਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਨਗਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਜੇਕਰ ਇਹ ਆਪਣੇ ਝੰਡੇ ਗੱਡ ਲੈਂਦੇ ਨੇ, ਆਪਣੇ ਮੋਰਚੇ ਉੱਥੇ ਤੱਕ ਪਹੁੰਚਾ ਦਿੰਦੇ ਨੇ ਤਾਂ ਕੋਈ ਵੀ ਤਾਕਤ ਬੀਜੇਪੀ ਨੂੰ ਹਰਾਉਣ ਤੋਂ ਰੋਕ ਨਹੀਂ ਸਕਦੀ। ਸੋ ਇਹੀ ਹੋਏਗਾ ਕਿ ਇਹੀ ਆਖਰੀ ਜਿਹੜਾ ਹੈਗਾ ਕਿੱਲ ਹੋਏਗਾ ਇਸ ਬੀਜੇਪੀ ਦੀ ਤਾਬੂਤ ਦੇ ਵਿੱਚ। ਸੋ ਉਮੀਦ ਕਰਨੀ ਬਣਦੀ ਹੈ ਕਿ ਇਸ ਵੇਲੇ ਜੋ ਕੱਲ ਕਹਿ ਰਹੇ ਨੇ ਰਾਕੇਸ਼ ਟਕੈਤ ਜੀ, ਉਹਨੂੰ ਬੂਰ ਪਏਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਨੂੰ ਸੀਰੀਅਸ ਲਏਗੀ ਬੀਜੇਪੀ। ਔਰ ਜੇਕਰ ਉਹ ਬੀਜੇਪੀ ਯੂਪੀ ਦੇ ਵਿੱਚ ਬਚਣਾ ਚਾਹੁੰਦੀ ਹੈ ਔਰ 24 ਦੇ ਵਿੱਚ ਦੁਬਾਰਾ ਨਵੇਂ ਸਿਰੇ ਤੋਂ ਲੋਕਾਂ ਦੇ ਵਿੱਚ ਜਾਣਾ ਚਾਹੁੰਦੀ ਹੈ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਰਾਕੇਸ਼ ਟਕੈਤ ਦੀ ਇਹ ਚੇਤਾਵਨੀ ਜਿਹੜੀ ਹੈਗੀ ਹੈ ਉਹਨੂੰ ਸੀਰੀਅਸ ਲੈਂਦੇ ਹੋਏ ਇਹ ਮਸਲੇ ਜਿਹੜੇ ਨੇ ਇਹ ਲਗਾਤਾਰ 1 ਸਾਲ ਤੋਂ ਜਿਹੜੇ ਲਟਕੇ ਹੋਏ ਨੇ। ਔਰ ਆਪਾਂ ਨੂੰ ਵੀ ਪਤਾ ਹੈ ਕਿ ਕੇਂਦਰ ਸਰਕਾਰ ਨੇ ਕਦੇ ਕਿਹਾ ਸੀਗਾ ਕਿ ਇੱਕ ਫੋਨ ਕਾਲ ਦੀ ਅਸੀਂ ਤੁਹਾਡੇ ਤੋਂ ਦੂਰੀ ਤੇ ਹਾਂ, ਤੁਸੀਂ ਫੋਨ ਕਰੋ ਅਸੀਂ ਉਹਦੇ ਨਾਲ ਹਾਜ਼ਰ ਹੋਵਾਂਗੇ। ਸੋ ਉਹ ਫੋਨ ਕਾਲ ਅਜੇ ਤੱਕ ਨਹੀਂ ਆਇਆ। ਸੋ ਉਮੀਦ ਕਰਨੀ ਬਣਦੀ ਹੈ ਕਿ ਰਾਕੇਸ਼ ਟਕੈਤ ਨੇ ਜਿਹੜੀ ਚੇਤਾਵਨੀ ਦਿੱਤੀ ਹੈ ਉਸ ਚੇਤਾਵਨੀ ਨੂੰ ਬੂਰ ਪਏਗਾ ਔਰ ਸਿਰਫ ਪੰਜਾਬ ਦਾ ਕਿਸਾਨ ਹੀ ਨਹੀਂ, ਪੂਰੀ ਦੁਨੀਆ ਦੇ ਕਿਸਾਨ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਇਸ ਸੰਘਰਸ਼ ਵੱਲ ਵੇਖ ਰਹੇ ਨੇ। ਔਰ ਉਮੀਦ ਕਰਨੀ ਬਣਦੀ ਹੈ ਕਿ ਇਹਨਾਂ 2 ਮਹੀਨਿਆਂ ਦੇ ਵਿੱਚ ਲਗਾਤਾਰ ਜੇਕਰ ਯੂਪੀ ਦੇ ਵਿੱਚ ਆਮਦ ਹੋਏਗੀ ਕਿਸਾਨਾਂ ਦੀ ਤਾਂ ਆਉਣ ਵਾਲਾ ਸਮਾਂ ਜਿਹੜਾ ਹੈਗਾ ਬੀਜੇਪੀ ਲਈ ਕਾਫੀ ਚੇਤਾਵਨੀਆਂ ਭਰਿਆ ਸਮਾਂ ਹੋਵੇਗਾ। ਸੋ ਉਮੀਦ ਕਰਦੇ ਹਾਂ ਕਿ ਰਾਕੇਸ਼ ਟਕੈਤ ਹੋਰਾਂ ਦੇ ਇਸ ਚੇਤਾਵਨੀ ਨੂੰ ਸੀਰੀਅਸ ਲਿਆ ਜਾਏਗਾ ਬੀਜੇਪੀ ਦੇ ਰਾਹੀਂ। ਭੰਗੂ ਸਾਹਿਬ, ਡਾਕਟਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦਾ ਵੀ ਕੱਲ ਮੁਲਾਕਾਤ ਕਰਨੀ ਸੀ ਅਮਿਤ ਸ਼ਾਹ ਦੇ ਨਾਲ, ਪਰ ਗੁਜਰਾਤ ਦੌਰੇ ਤੇ ਚਲੇ ਗਏ ਅਮਿਤ ਸ਼ਾਹ ਤੇ ਉਹ ਮੁਲਤਵੀ ਹੋ ਗਈ ਜਿਹੜੀ ਮੀਟਿੰਗ ਸੀ। ਕਿਹਾ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਪਣਾ ਮਾਹਰਾਂ ਦਾ ਪੈਨਲ ਲੈ ਕੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨਗੇ, ਡਿਸਕਸ ਕਰਨਗੇ ਕਾਨੂੰਨਾਂ ਦੇ ਉੱਤੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿੰਦੇ ਨੇ ਕਿ ਹੱਲ ਤਾਂ ਗੱਲਬਾਤ ਰਾਹੀਂ ਹੀ ਨਿਕਲੂਗਾ ਨਾ, ਹੱਲ ਲਈ ਗੱਲਬਾਤ ਜ਼ਰੂਰੀ ਹੈ। ਗੱਲਬਾਤ ਕਰਨ ਲਈ ਅੱਜ ਉਹ ਦਿੱਲੀ ਉਹਨਾਂ ਨੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨੀ ਸੀ ਤੇ ਉਹ ਮੁਲਾਕਾਤ ਰੱਦ ਹੋ ਗਈ। ਹੁਣ ਉਹ ਮੁਲਾਕਾਤ ਅੱਗੇ ਕਦੋਂ ਹੋਊਗੀ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ। ਜੀ ਭੰਗੂ ਸਾਹਿਬ, ਦੇਖੋ ਕਿ ਹੱਲ ਤਾਂ ਗੱਲਬਾਤ ਨਾਲ ਹੋਏਗਾ ਹੀ, ਪਰ ਗੱਲਬਾਤ ਕਿਹਦੇ ਨਾਲ ਹੋਵੇ? ਵੱਡਾ ਸਵਾਲ ਇਹ ਹੈ ਕਿ ਬੀਜੇਪੀ ਕੀ ਕੈਪਟਨ ਸਾਹਿਬ ਨੂੰ ਅੱਗੇ ਲਾ ਕੇ ਹੱਲ ਕਰ ਲੇਗੀ? ਮਸਲਾ ਇਹ ਹੈ ਕਿ ਜਿਹੜੇ ਲੋਕ, ਜਿਹੜੇ ਕਿਸਾਨ ਜਥੇਬੰਦੀਆਂ ਲਗਾਤਾਰ 1 ਸਾਲ ਤੋਂ ਸੰਘਰਸ਼ ਕਰ ਰਹੀਆਂ ਨੇ ਔਰ ਲਗਭਗ 700 ਕਿਸਾਨ ਉਹਨਾਂ ਦਾ ਸ਼ਹੀਦ ਹੋ ਚੁੱਕਿਆ ਹੈ, ਕੀ ਉਹਨਾਂ ਨੂੰ ਪਿੱਛੇ ਰੱਖ ਕੇ ਕੈਪਟਨ ਸਾਹਿਬ ਅੱਗੇ ਆਉਣਗੇ ਕਿ ਮੇਰੇ ਨਾਲ ਗੱਲਬਾਤ ਕਰੋ, ਮੈਂ ਮਾਹਰ ਲੈ ਕੇ ਆਊਂਗਾ? ਇਹ ਗੱਲ ਸਮਝ ਨਹੀਂ ਆ ਰਹੀ ਕਿ ਕਿਸ ਬਿਹਾਫ ਦੇ ਉੱਤੇ, ਕਿਸ ਬੇਸ ਦੇ ਉੱਤੇ ਕੈਪਟਨ ਸਾਹਿਬ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਗੱਲ ਜਿਹੜੀ ਹੈਗੀ ਹੈ ਸਮਝ ਤੋਂ ਪਰੇ ਆ ਰਹੀ ਹੈ। ਪਰ ਇੱਕ ਗੱਲ ਜ਼ਰੂਰ ਸਮਝ ਆ ਰਹੀ ਹੈ ਕਿ ਬੀਜੇਪੀ ਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਕੈਪਟਨ ਨੂੰ ਅੱਗੇ ਲਾ ਕੇ ਪੰਜਾਬ ਦੇ ਵਿੱਚ ਦੁਬਾਰਾ ਸੱਤਾ ਜਿਹੜੀ ਸਾਡੀ ਆ ਸਕਦੀ ਹੈ। ਇਹ ਮੈਨੂੰ ਲੱਗਦਾ ਕਿ ਬਹੁਤ ਵੱਡਾ ਭੁਲੇਖਾ ਸਿਰਜਿਆ ਜਾ ਰਿਹਾ, ਕਿਉਂਕਿ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੈਪਟਨ ਸਾਹਿਬ ਜਿਹੜੇ ਨੇ, ਜੇਕਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੀਗਾ 4.5 ਸਾਲ, ਪੌਣੇ 5 ਸਾਲ ਪਹਿਲਾਂ, ਤਾਂ ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਕਿਸਾਨਾਂ ਦੇ ਮਸਲੇ ਉਦੋਂ ਹੱਲ ਕਰਾਉਂਦੇ, ਉਦੋਂ ਲੋਕਾਂ ਨੂੰ ਮਿਲਦੇ ਜਦੋਂ ਮੁੱਖ ਮੰਤਰੀ ਸੀਗੇ, ਉਦੋਂ ਉਹਨਾਂ ਨੂੰ ਮਾਹਰਾਂ ਨੂੰ ਨਾਲ ਲੈ ਕੇ ਜਿਹੜਾ ਹੈਗਾ ਗੱਲਬਾਤ ਸ਼ੁਰੂਆਤੀ ਦੌਰ ਦੇ ਵਿੱਚ ਕਰਨੀ ਚਾਹੀਦੀ ਸੀਗੀ। ਇਹ 700 ਜਿਹੜਾ ਸ਼ਹੀਦ ਹੋਇਆ ਸਾਡਾ ਕਿਸਾਨ, ਉਹ ਸ਼ਹੀਦ ਨਹੀਂ ਸੀ ਹੋਣਾ, ਉਦੋਂ ਇਹ ਗੱਲਾਂ ਕਰਨੀਆਂ ਬਣਦੀਆਂ ਸੀਗੀ। ਅੱਜ ਜਦੋਂ ਉਹਨਾਂ ਕੋਲੇ ਕੁਝ ਵੀ ਨਹੀਂ ਹੈ, ਉਹਨਾਂ ਕੋਲੇ ਨਾ ਕੋਈ MLA ਹੈ, ਨਾ ਕੋਈ ਉਹਨਾਂ ਦੇ ਨਾਲ ਸਾਥੀ ਹੈ, ਔਰ ਸਿਰਫ ਤੇ ਸਿਰਫ ਉਹ ਆਮ ਲੋਕਾਂ ਨੂੰ ਜਾਂ ਉਹ ਇਹ ਕਹਿੰਦੇ ਨੇ ਕਿ ਮਾਹਰਿਆਂ ਨੂੰ ਮੈਂ ਲੈ ਕੇ ਜਾਊਂਗਾ। ਔਰ ਇਹ ਮੈਨੂੰ ਲੱਗਦਾ ਹੈ ਕਿ ਇੱਕ ਕਿਸਮ ਦੇ ਉਹ ਹਾਈਪਰ ਰਿਐਲਿਟੀ ਦੇ ਵਿੱਚ ਜੀ ਰਹੇ ਨੇ, ਕੋਈ ਖਲਾਅ ਦੇ ਵਿੱਚ ਜੀ ਰਹੇ ਨੇ। ਸੋ ਇਸ ਕਰਕੇ ਕਹਿ ਸਕਦੇ ਹਾਂ ਕਿ ਬੀਜੇਪੀ ਵੀ ਇਸ ਗੱਲ ਨੂੰ ਸਮਝਦੀ ਹੈ ਕਿ ਕੈਪਟਨ
ਕੈਪਟਨ ਸਾਹਿਬ ਨਾਲ ਗੱਲਬਾਤ ਕਰਨ ਦਾ ਕੋਈ ਫਾਇਦਾ, ਵਿੱਚੋਂ ਨਿਕਲਣਾ ਕੁਝ ਨਹੀਂ ਹੈ। ਕਿਉਂਕਿ ਜੇ ਤਾਂ ਪੰਜਾਬ ਦੇ ਲੋਕ ਉਹਨਾਂ ਨੂੰ ਕੁਝ ਮੰਨਦੇ ਹੋਣ ਫਿਰ ਤਾਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕਾਂ ਦੇ ਲਈ ਉਹਨਾਂ ਨੇ ਭਲਾ ਚਾਹੁੰਦੇ ਨੇ। ਪੰਜਾਬ ਦੇ ਨੌਜਵਾਨਾਂ ਦਾ ਆਪਾਂ ਨੂੰ ਪਤਾ ਹੈ ਕਿ ਉਹ ਲਗਾਤਾਰ 4.5 ਸਾਲ ਜਦੋਂ ਸੱਤਾ ਦੇ ਵਿੱਚ ਸੀ, ਮੁੱਖ ਮੰਤਰੀ ਦੇ ਤੌਰ ਤੇ ਵਿਚਰ ਰਹੇ ਸੀਗੇ, ਉਦੋਂ ਵੀ ਵੱਡੇ ਵੱਡੇ ਵਾਅਦੇ ਉਹਨਾਂ ਨੇ ਕੀਤੇ ਸੀਗੇ, ਪਰ ਉਹ ਵਾਅਦਿਆਂ ਨੂੰ ਬੂਰ ਨਹੀਂ ਸੀ ਪੈ ਰਿਹਾ। ਚਾਹੇ ਉਹ ਕਿਸਾਨਾਂ ਦਾ ਕਰਜ਼ਾ ਮਾਫੀ ਦੀ ਗੱਲ ਹੋਵੇ, ਚਾਹੇ ਘਰ ਘਰ ਨੌਕਰੀ ਦੀ ਗੱਲ ਹੋਵੇ, ਚਾਹੇ ਬਰਗਾੜੀ ਕਾਂਡ ਦਾ ਮਸਲਾ ਹੋਵੇ, ਚਾਹੇ ਨਸ਼ਿਆਂ ਨੂੰ ਠੱਲ ਪਾਉਣ ਦੀ ਗੱਲ ਹੋਵੇ, ਉਹਨਾਂ ਨੇ ਕੋਈ ਵਾਅਦਾ ਉਸ ਵੇਲੇ ਪੂਰਾ ਨਹੀਂ ਸੀ ਕੀਤਾ। ਸੋ ਹੁਣ ਉਹ ਜਿਹੜੇ ਨੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਬੀਜੇਪੀ ਨਾਲ ਮੈਂ ਗੱਲਬਾਤ ਕਰਕੇ ਲੋਕਾਂ ਦੇ ਵਿੱਚ ਇੱਕ ਸਟਾਰ ਬਣ ਜਾਗਾ, ਔਰ ਇਹ ਗੱਲਾਂ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ। ਸੋ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਨੂੰ ਲੋੜ ਹੈ ਇੱਦਾਂ ਦੇ ਵੱਡੇ ਲੀਡਰਾਂ ਦੀ। ਜੇ ਆਪਾਂ ਕਹੀਏ ਕਿ ਕੈਪਟਨ ਸਾਹਿਬ ਵਰਗੇ ਲੀਡਰ ਉਹਨਾਂ ਨੂੰ ਚਾਹੀਦੇ ਨੇ, ਮੈਨੂੰ ਨਹੀਂ ਲੱਗਦਾ, ਕਿਉਂਕਿ ਆਪਣੀ ਬਹੁਤ ਵੱਡੀ ਉਹਨਾਂ ਕੋਲ ਲਿਸਟ ਹੈ। ਬੀਜੇਪੀ ਦੇ ਲੀਡਰ ਆਪਣੇ ਆਪ 'ਚ ਹੀ ਕਾਫੀ ਨੇ ਕਿ ਉਹ ਜਿਹੜੇ ਚਾਹੁੰਦੇ ਨੇ ਕਿ ਅਸੀਂ ਗੱਲਬਾਤ ਕਰਕੇ ਅੱਗੇ ਆ ਸਕਦੇ ਹਾਂ। ਸੋ ਕੈਪਟਨ ਸਾਹਿਬ ਨੂੰ ਅੱਗੇ ਲਾ ਕੇ ਕੋਈ ਗੱਲਬਾਤ ਨਿਬੜੇਗੀ ਕਿਸਾਨਾਂ ਦੀ, ਇਹ ਸਮਝ ਨਹੀਂ ਆ ਰਿਹਾ। ਪਰ ਹਾਂ, ਬੀਜੇਪੀ ਨੂੰ ਇਹ ਚਾਹੀਦਾ ਕਿ ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ, ਜਿਹੜੇ ਲੋਕ ਸੜਕਾਂ ਤੇ ਬੈਠੇ ਨੇ, ਜਿਹੜੀ ਲੀਡਰਸ਼ਿਪ ਪਿਛਲੇ 1 ਸਾਲ ਤੋਂ ਜਿਹੜੀ ਹੈਗੀ ਹੈ ਸੰਘਰਸ਼ ਕਰ ਰਹੀ ਹੈ, ਤਾਂ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਹੈ, ਨਾ ਕਿ ਕੈਪਟਨ ਸਾਹਿਬ ਵਰਗੇ ਲੋਕਾਂ ਦੇ ਨਾਲ ਕਿ ਉਹ ਲਾ ਕੇ ਉਹ ਕਿਸ ਬੇਸ ਤੇ ਮਿਲ ਰਹੇ ਨੇ। ਇਹ ਕੋਈ ਜਿਹੜੀ ਹੈਗੀ ਇਹਦੀ ਕੋਈ ਤੁਕ ਨਹੀਂ ਬਣਦੀ ਪੰਗੂ ਸਾਹਿਬ ਜੀ। ਬਿਲਕੁਲ ਤੁਕ ਨਹੀਂ ਬਣਦੀ, ਕਿਉਂਕਿ ਕੋਈ ਹਜੇ ਮੂੰਹ ਸਿਰ ਹੈ ਨਹੀਂ ਇਸ ਗੱਲ ਦਾ ਕਿ ਕਿਵੇਂ ਗੱਲ ਇੱਕ ਪਾਸੇ ਲੱਗੂਗੀ। ਡਾਕਟਰ ਸਾਹਿਬ ਦੇਖੋ, ਪੰਜਾਬ ਦੇ ਨਵੇਂ ਹੁਣ CM ਚੁਣੇ ਗਏ, ਹਾਲਾਂਕਿ ਹੁਣ ਨਵੇਂ ਜਿਹੜੇ ਕੰਮ ਕਾਜ ਚੱਲਦਾ ਉਹਨਾਂ ਦਾ ਵੀ ਚਰਨਜੀਤ ਸਿੰਘ ਚੰਨੀ ਦਾ। ਕਿਸਾਨਾਂ ਵੱਲੋਂ ਜੋ ਵੱਡੀ ਜਥੇਬੰਦੀ ਹੈ ਪੰਜਾਬ ਦੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਉਹਨਾਂ ਨੇ ਬਠਿੰਡਾ ਮਿੰਨੀ ਸੈਕਟਰੀਏਟ ਘੇਰ ਰੱਖਿਆ ਮੁਆਵਜ਼ੇ ਲੈ ਕੇ ਕਿ ਜੋ ਨੁਕਸਾਨ ਹੋਇਆ ਉੱਥੇ ਗੁਲਾਬੀ ਸੁੰਡੀ ਦੇ ਕਰਕੇ ਉਸ ਨੂੰ ਨੁਕਸਾਨ ਦੀ ਭਰਪਾਈ ਕੀਤੀ ਜਾਵੇ, ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਤੇ ਕੱਲ ਉੱਥੇ ਸੁਖਦੇਵ ਸਿੰਘ ਕੋਕਰੀ ਕਲਾਂ ਜਨਰਲ ਸਕੱਤਰ ਨੇ ਜੋ ਉਗਰਾਹਾਂ ਯੂਨੀਅਨ ਦੇ, ਉਹਨਾਂ ਦੀ ਅਗਵਾਈ ਦੇ ਹੇਠ ਇੱਕ ਮਾਰਚ ਕੀਤਾ ਗਿਆ। ਉਸ ਮਾਰਚ ਦੌਰਾਨ ਬੱਸ ਸਟੈਂਡ ਦੇ ਵਿੱਚ ਜੋ ਚੰਨੀ ਸਾਹਿਬ ਦੀਆਂ ਬੱਸਾਂ ਤੇ ਫੋਟੋਆਂ ਲਾਈਆਂ ਗਈਆਂ ਸੀ, ਉਹਨਾਂ ਫੋਟੋਆਂ ਤੇ ਵੀ ਕਾਲ ਖੰਮਾਲੀ ਹੈ। ਤੁਸੀਂ ਵੀ ਪਹਿਲਾਂ ਜ਼ਿਕਰ ਕੀਤਾ ਇਸ ਗੱਲ ਦਾ, ਕਾਲ ਖੰਮਾਲੀ ਫੋਟੋਆਂ ਦੇ ਮਨਪ੍ਰੀਤ ਸਿੰਘ ਬਾਦਲ ਤੱਕ ਨਹੀਂ ਬਖਸ਼ਿਆ। ਉਹਨਾਂ ਦੀ ਫੋਟੋਆਂ ਫਲੈਕਸਿੰਗ ਕਿਸਾਨਾਂ ਵੱਲੋਂ ਉਤਾਰ ਦਿੱਤੇ ਗਏ ਕਿ ਜਦੋਂ ਤੱਕ ਕਿਸਾਨਾਂ ਦੀ ਬਾਂਹ ਨਹੀਂ ਫੜੀ ਜਾਂਦੀ ਉਦੋਂ ਤੱਕ ਇਹ ਪਬਲਿਸਿਟੀ ਕਿਸ ਕੰਮ ਦੀ, ਇਹ ਸਰਕਾਰ ਕਿਸ ਕੰਮ ਦੀ। ਅਸਲ ਦੇ ਵਿੱਚ ਫਿਰ ਆਪਾਂ ਇਸ ਗੱਲ ਤੋਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਚਰਨਜੀਤ ਸਿੰਘ ਚੰਨੀ ਭਾਵੇਂ ਇਹ ਗੱਲ ਕਹਿੰਦੇ ਨੇ ਕਿ ਕਿਸਾਨ ਅੰਦੋਲਨ ਰਾਹ ਦਸੇਰਾ ਬਣੇਗਾ ਇਤਿਹਾਸ ਦੇ ਵਿੱਚ ਤੇ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ, ਫਿਰ ਇਹ ਗੱਲ ਕਹਿ ਸਕਦੇ ਹਾਂ ਕਿ ਕਾਂਗਰਸ ਸਰਕਾਰ ਜਿੰਨਾ ਮਰਜ਼ੀ ਆਪਣੇ ਵੱਲੋਂ ਇੱਕ ਚੰਗਾ ਰੂਪ ਕਿਸਾਨਾਂ ਅੱਗੇ ਪੇਸ਼ ਕਰ ਲਏ, ਕਿਸਾਨ ਜਾਣਦੇ ਨੇ ਕਿ ਸੱਚਾਈ ਅਸਲ ਦੇ ਵਿੱਚ ਹੈ ਕੀ। ਭੱਗੂ ਸਾਹਿਬ ਦੇਖੋ, ਜਦੋਂ ਕਿਸਾਨਾਂ ਦੇ ਉੱਤੇ ਖਾਸ ਤੌਰ ਤੇ ਮਾਲਵੇ ਦੇ ਵਿੱਚ ਨਰਮਾ ਪੱਟੀ ਦੇ ਉੱਤੇ, ਕਪਾਹ ਪੱਟੀ ਦੇ ਉੱਤੇ ਮਾਰ ਪਈ ਸੀਗੀ ਗੁਲਾਬੀ ਸੁੰਡੀ ਦੀ, ਉਸ ਵੇਲੇ ਸਾਡੇ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਪੰਜਾਬ ਦੇ, ਉਹ ਬਕਾਇਦਾ ਤੌਰ ਤੇ ਕਿਸਾਨਾਂ ਨੂੰ ਮਿਲਣ ਲਈ ਗਏ ਸੀ, ਔਰ ਉੱਥੇ ਉਹਨਾਂ ਨੇ ਪ੍ਰੈਸ ਦੇ ਸਾਹਮਣੇ ਵਾਅਦਾ ਕੀਤਾ ਸੀਗਾ ਕਿ ਅਸੀਂ ਛੇਤੀ ਤੋਂ ਛੇਤੀ ਇਹਦੀ ਸਰੀ ਹੈਗੀ ਹੈ, ਇਹਦੇ ਸਾਰਾ ਇਹਨੂੰ ਮਿਣਾਂਗੇ ਔਰ ਇਹਦੇ ਉੱਤੇ ਅਸੀਂ ਕਿਸਾਨਾਂ ਨੂੰ ਮੁਆਵਜ਼ਾ ਦੇਵਾਂਗੇ, ਬਕਾਇਦਾ ਵਧੀਆ ਮੁਆਵਜ਼ਾ ਜਿਹੜਾ ਹੈਗਾ ਮਿਲਣ ਦੀ ਆਸ ਵੱਜੀ ਸੀ ਉਸ ਵੇਲੇ। ਅੱਜ ਮਹੀਨੇ ਤੋਂ ਉੱਪਰ ਹੋ ਚੁੱਕਿਆ ਸਮਾਂ। ਸੋ ਇੱਕ ਪਾਸੇ ਉਹ ਕਹਿ ਰਹੇ ਨੇ ਕਿ ਅਸੀਂ ਮੁਆਵਜ਼ਾ ਦੇਣਾ ਹੈ, ਪਰ ਦੂਜੇ ਪਾਸੇ ਕਿਸਾਨ, ਜਿਵੇਂ ਮੈਂ ਪਹਿਲਾਂ ਕਿਹਾ, ਆਪਾਂ ਨੇ ਗੱਲ ਕੀਤੀ ਹੈ ਕਿ ਕਿਸਾਨ ਆਪਣੀ ਸੰਦ ਨੂੰ ਵੇਚਣ ਲਈ ਜਿਹੜਾ ਹੈਗਾ ਮਜਬੂਰ ਹੋ ਰਿਹਾ ਹੈ, ਆਪਣੀਆਂ ਮੱਝਾਂ ਨੂੰ, ਗਾਵਾਂ ਨੂੰ ਵੇਚਣ ਲਈ ਮਜਬੂਰ ਹੋ ਰਿਹਾ ਹੈ, ਟਰੈਕਟਰ ਵੇਚਣ ਲਈ ਮਜਬੂਰ ਹੋ ਰਿਹਾ ਹੈ। ਔਰ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਸੋਨਾ ਜਿਹੜਾ ਹੈਗਾ ਆਪਣਾ, ਜੋ ਵੀ ਉਹਨੂੰ ਲੱਗਦਾ ਹੈ ਕਿ ਮੈਂ ਵੇਚ ਸਕਦਾ, ਵੇਚਣ ਦੇ ਲਈ ਮਜਬੂਰ ਹੈ। ਔਰ ਇਸ ਕਰਕੇ ਚੰਨੀ ਸਾਹਿਬ ਨੂੰ ਇਸ ਵੇਲੇ ਬਹੁਤ ਵੱਡੀ ਲੋੜ ਹੈ ਕਿ ਜੇਕਰ ਉਹਨਾਂ ਨੇ ਆਪਣੀ ਸ਼ਾਖ ਬਣਾਉਣੀ ਹੈ ਔਰ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ 22 ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਜਾਣਾ ਹੈ, ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਕਿਸਾਨਾਂ ਦਾ ਮੁਆਵਜ਼ਾ ਦੇਣਾ ਪਏਗਾ, ਚਾਹੇ ਮਾਲਵੇ ਦੇ ਕਿਸਾਨ ਨੇ, ਚਾਹੇ ਉਹ ਦੁਆਬੇ ਦੇ ਕਿਸਾਨ ਨੇ, ਚਾਹੇ ਮਾਝੇ ਦੇ ਕਿਸਾਨ ਨੇ। ਜਿੱਥੇ ਜਿੱਥੇ ਕਿਸਾਨਾਂ ਦੀ ਫਸਲ ਦੀ ਤਬਾਹੀ ਹੋਈ ਹੈ, ਚਾਹੇ ਉਹ ਮਾਝੇ ਦਾ ਇਲਾਕਾ ਹੈ, ਚਾਹੇ ਉਹ ਝੋਨੇ ਵਾਲਾ ਇਲਾਕਾ ਹੈ, ਚਾਹੇ ਉਹ ਕਪਾਹ ਔਰ ਨਰਮੇ ਦਾ ਇਲਾਕਾ ਹੈ, ਉੱਥੇ ਸਰਕਾਰ ਨੂੰ ਚਾਹੀਦਾ ਹੈ ਕਿ ਬਕਾਇਦਾ ਤੌਰ ਤੇ ਵਧੀਆ ਮੁਆਵਜ਼ਾ ਉਹਨਾਂ ਨੂੰ, ਜੋ ਉਹਨਾਂ ਦਾ ਹੱਕ ਬਣਦਾ ਕਿਸਾਨਾਂ ਦਾ, ਉਹ ਮੁਆਵਜ਼ਾ ਉਹਨਾਂ ਨੂੰ ਦੇਵੇ। ਔਰ ਤਾਂ ਕਿ ਜਿਹੜੇ ਨੇ, ਜਿਵੇਂ ਵੱਖ-ਵੱਖ ਜਥੇਬੰਦੀ ਆਪਾਂ ਪਹਿਲਾਂ ਦੱਸਿਆ, ਚਾਹੇ ਉਗਰਾਹਾਂ ਜਥੇਬੰਦੀ ਹੈ, ਚਾਹੇ ਕੋਈ ਹੋਰ ਜਥੇਬੰਦੀਆਂ ਨੇ, ਇਹ ਆਪਣੇ ਸੰਘਰਸ਼ ਕਰਨ ਲਈ ਨਹੀਂ ਤਾਂ ਮਜਬੂਰ ਹੋਣਗੇ। ਹੋਰ ਲੰਬਾ ਸੰਘਰਸ਼ ਜਿਹੜਾ ਹੈਗਾ ਚੱਲੇਗਾ। ਇਹ ਨਹੀਂ ਕਿ ਹੁਣ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇੱਦਾਂ ਟਿਕਾ ਕੇ ਜਾਂ ਇੱਦਾਂ ਜਿਵੇਂ ਪਹਿਲਾਂ ਕਰਦੀਆਂ ਰਹੀਆਂ ਨੇ ਸਰਕਾਰਾਂ ਕਿ ਇਹਨਾਂ ਦੇ ਉੱਤੇ ਪੁਲਿਸ ਦੀਆਂ ਲਾਠੀਆਂ ਵਰਾ ਕੇ, ਗੋਲੀਆਂ ਵਰਾ ਕੇ ਇਹਨਾਂ ਨੂੰ ਅਸੀਂ ਘਰ ਭੇਜ ਦਾਂਗੇ, ਇੱਦਾਂ ਦਾ ਸਮਾਂ ਨਹੀਂ ਹੈ ਹੁਣ।
ਔਰ ਇਹਨਾਂ ਦੀਆਂ ਹੁਣ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ, ਜਾਇਜ਼ ਮੰਗਾਂ ਜਿਹੜੀਆਂ ਨੇ, ਉਹ ਸਾਨੂੰ ਸੁਣਨੀਆਂ ਪੈਣਗੀਆਂ ਸਰਕਾਰਾਂ ਨੂੰ। ਔਰ ਕਿਸਾਨਾਂ ਨੂੰ ਕਿਸਾਨਾਂ ਦੇ ਜਿਹੜੇ ਮਸਲੇ ਨੇ, ਚਾਹੇ ਮੁਆਵਜ਼ੇ ਦਾ ਮਸਲਾ ਹੋਵੇ, ਚਾਹੇ ਕਰਜ਼ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਨੂੰ ਸੀਰੀਅਸ ਲੈਣਾ ਪਏਗਾ ਸਰਕਾਰਾਂ ਨੂੰ ਔਰ ਇਹਨਾਂ ਨੂੰ ਹੱਲ ਕਰਨਾ ਪਏਗਾ। ਭੰਗੂ ਸਾਹਿਬ ਜੀ ਬਿਲਕੁਲ ਸੀਰੀਅਸ ਲੈਣਾ ਪਊਗਾ, ਹੱਲ ਕਰਨਾ ਪਊਗਾ। ਬਿਲਕੁਲ ਸਹੀ ਗੱਲ ਡਾਕਟਰ ਸਾਹਿਬ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਆਪਣੇ ਵਿਚਾਰ ਰੱਖਣ ਦੇ ਲਈ, ਤੁਹਾਡਾ ਧੰਨਵਾਦ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਭੰਗੂ ਸਾਹਿਬ। ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਮਸਲਾ ਸੀ ਕਿਸਾਨੀ ਮਸਲਾ, ਕਿਸਾਨੀ ਅੰਦੋਲਨ ਦਾ ਮਸਲਾ, ਕਿਸਾਨ ਦੀਆਂ ਫਸਲਾਂ ਦਾ ਮਸਲਾ। ਉਹ ਮਸਲਾ ਜੋ ਹੁਣ ਗੰਭੀਰ ਹੁੰਦਾ ਜਾ ਰਿਹਾ, ਭਾਵੇਂ ਕਿਸਾਨੀ ਅੰਦੋਲਨ ਹੋਵੇ ਜਾਂ ਫਿਰ ਮਾਲਵਾ ਪੱਟੀ ਜੋ ਪਹਿਲਾਂ ਹੀ ਕੈਂਸਰ ਕਰਕੇ ਤੇ ਨਸ਼ਿਆਂ ਕਰਕੇ, ਦੂਜਾ ਹੁਣ ਕਿਸਾਨੀ ਕਰਕੇ ਖਤਮ ਹੋਣ ਕਿਨਾਰੇ ਆ, ਪਰ ਸਰਕਾਰਾਂ ਕਿਸੇ ਤਰ੍ਹਾਂ ਦਾ ਕੋਈ ਉਪਰਾਲਾ ਨਹੀਂ ਕਰ ਰਹੀਆਂ, ਕਿਸਾਨਾਂ ਦੀ ਕੋਈ ਬਾਹ ਨਹੀਂ ਫੜ ਰਹੀਆਂ। ਫਲੈਕਸਾਂ ਦੇ ਵਿੱਚ, ਬੋਰਡਾਂ ਦੇ ਵਿੱਚ ਬੜੇ ਭਲਾਈ ਦੇ ਕਾਰਜ ਦਿਖਾਏ ਜਾ ਰਹੇ ਨੇ, ਪਰ ਅਸਲ ਗਰਾਊਂਡ ਦੇ ਵਿੱਚ ਲਗਾਤਾਰ ਕਿਸਾਨ ਖੁਦਕੁਸ਼ੀਆਂ, ਮਜ਼ਦੂਰ ਖੁਦਕੁਸ਼ੀਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ। ਲੱਗਦਾ ਕਿ ਸਰਕਾਰਾਂ ਇਸ ਗੱਲੋਂ ਅਵੇਸਲੀਆਂ ਨੇ। ਸਰਕਾਰਾਂ ਸਿਰਫ ਇੱਥੇ ਗੱਲ ਤੱਕ ਸਹਿਮਤ ਨੇ, ਇੱਕੋ ਮੁੱਦਾ ਸਰਕਾਰਾਂ ਦਾ ਕਿ ਅਸੀਂ ਦੁਬਾਰੇ ਸੱਤਾ ਦੇ ਵਿੱਚ ਕਿਵੇਂ ਆਈਏ, ਅਸੀਂ ਦੁਬਾਰਾ ਸੀਐਮ ਦੀ ਕੁਰਸੀ ਦਾ ਤਾਜ ਆਪਣੇ ਸਿਰ ਦੇ ਉੱਤੇ ਕਿਵੇਂ ਰੱਖੀਏ। ਲੱਗਦਾ ਕਿ ਆਹੀ ਸਰਕਾਰਾਂ ਦਾ ਵਰਤਾਰਾ ਹੁਣ ਜੋ ਹੈ ਗੰਭੀਰ ਹੋਣ ਦੀ ਥਾਂ ਇੱਕ ਮਜ਼ਾਕੀਆ ਲਹਿਜੇ ਦੇ ਵਿੱਚ ਕਿਸਾਨਾਂ ਦੇ ਨਾਲ ਚੱਲਦਾ। ਕਿਉਂਕਿ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਕਿਸਾਨ ਦੇ ਘਰੇ ਕਿਸੇ ਗਏ ਸੀ ਗੁਲਾਬੀ ਸੁੰਡੀ ਕਰਨ, ਜਿਹਦਾ ਨੁਕਸਾਨ ਹੋ ਗਿਆ, ਖੇਤ ਵੀ ਉਹਦੇ ਗਏ, ਪਰ ਉਹ ਕਿਸਾਨ ਕਹਿੰਦਾ ਕਿ ਮੁਆਵਜ਼ਾ ਮਿਲਿਆ ਨਹੀਂ। ਉੱਤੋਂ ਮੈਨੂੰ ਮਜ਼ਾਕ ਦਾ ਪਾਤਰ ਮੈਂ ਬਣ ਗਿਆ ਸੋਸ਼ਲ ਮੀਡੀਆ ਦੇ ਉੱਤੇ। ਪਿੰਡਾਂ ਦੇ ਵਿੱਚ ਉਹ ਪੁੱਛਦੇ ਨੇ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਘਰੇ ਆਏ ਸੀ, ਤੁਹਾਨੂੰ ਕੁਛ ਦੇ ਕੇ ਨਹੀਂ ਗਏ। ਇਹੋ ਜਿਹਾ ਪੰਜਾਬ ਦਾ ਸਿਆਸਤ ਦਾ ਗੇੜ ਚੱਲੀ ਜਾਂਦਾ, ਨਿਕਲਣ ਦੇ ਵਿੱਚੋਂ ਕੁਛ ਨਹੀਂ, ਸਿਰਫ ਇੱਕ ਇਹ ਬਿਆਨਬਾਜ਼ੀਆਂ ਤੱਕ ਸੀਮਿਤ ਹੈ। ਦੋਸਤੋ ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਜ਼ਰੂਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ। ਤੇ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।